ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਆਪਾਂ ਪੜਾਂਗੇ ਪ੍ਰਿੰਸੀਪਲਸ ਆਫ ਕਮਿਊਨੀਕੇਸ਼ਨ ਇੰਜੀਨੀਅਰਿੰਗ ਦਾ ਫਸਟ ਚੈਪਟਰ ਦੇ ਕੁਝ ਟੌਪਿਕਸ। ਟਾਈਪਸ ਆਫ ਇਲੈਕਟ੍ਰੋਨਿਕ ਕਮਿਊਨੀਕੇਸ਼ਨ ਸਿਸਟਮਸ, ਮੋਡੂਲੇਸ਼ਨ, ਡੀਮੋਡੂਲੇਸ਼ਨ ਐਂਡ ਨੀਡ ਆਫ ਮੋਡੂਲੇਸ਼ਨ। ਫਸਟ ਟੌਪਿਕ ਹੈਗਾ ਟਾਈਪਸ ਆਫ ਇਲੈਕਟ੍ਰੋਨਿਕ ਕਮਿਊਨੀਕੇਸ਼ਨ ਸਿਸਟਮਸ। ਕਮਿਊਨੀਕੇਸ਼ਨ ਇੱਕ ਪ੍ਰੋਸੈਸ ਹੈ ਜਿਸ ਦੇ ਵਿੱਚ ਇਨਫੋਰਮੇਸ਼ਨ ਟਰਾਂਸਮਿਟ ਕੀਤੀ ਜਾਂਦੀ ਹੈ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਦੇ ਉੱਪਰ। ਜਿਹੜਾ ਸਿਸਟਮ ਇਹ ਕਮਿਊਨੀਕੇਸ਼ਨ ਸਿਸਟਮ ਨੂੰ ਪੋਸੀਬਲ ਕਰਦਾ ਉਹ ਸਿਸਟਮ ਨੂੰ ਆਪਾਂ ਬੋਲਦੇ ਹਾਂ ਕਮਿਊਨੀਕੇਸ਼ਨ ਸਿਸਟਮ। ਕਮਿਊਨੀਕੇਸ਼ਨ ਸਿਸਟਮ ਨੰਬਰ ਆਫ ਸਬ ਸਿਸਟਮਸ ਜਾਂ ਨੰਬਰ ਆਫ ਕੰਪੋਨੈਂਟਸ ਤੋਂ ਮਿਲ ਕੇ ਬਣਿਆ ਹੁੰਦਾ ਹੈ ਜਿਹੜਾ ਕਮਿਊਨੀਕੇਸ਼ਨ ਦੇ ਪ੍ਰੋਸੈਸ ਨੂੰ ਸਕਸੈਸਫੁਲ ਬਣਾਉਂਦਾ ਹੈ। ਇਲੈਕਟ੍ਰੋਨਿਕ ਕਮਿਊਨੀਕੇਸ਼ਨ ਸਿਸਟਮਸ ਨੂੰ 3 ਕੈਟਾਗਰੀਜ਼ ਦੇ ਵਿੱਚ ਡਿਵਾਈਡ ਕੀਤਾ ਜਾਂਦਾ ਹੈ। ਫਸਟ ਹੈਗਾ ਬੇਸਡ ਔਨ ਦਾ ਡਾਇਰੈਕਸ਼ਨ ਆਫ ਕਮਿਊਨੀਕੇਸ਼ਨ। ਕਮਿਊਨੀਕੇਸ਼ਨ ਕਿਹੜੀ ਡਾਇਰੈਕਸ਼ਨ ਦੇ ਵਿੱਚ ਹੋ ਰਹੀ ਹੈ ਉਸ ਦੇ ਬੇਸ 'ਤੇ। ਸੈਕਿੰਡ ਹੈਗਾ ਬੇਸਡ ਔਨ ਦਾ ਨੇਚਰ ਆਫ ਇਨਫੋਰਮੇਸ਼ਨ ਸਿਗਨਲ। ਇਨਫੋਰਮੇਸ਼ਨ ਸਿਗਨਲ ਕਿਸ ਟਾਈਪ ਦਾ ਕਿਸ ਫਾਰਮ ਦਾ ਉਸ ਦੇ ਬੇਸ 'ਤੇ। ਥਰਡ ਹੈਗਾ ਬੇਸਡ ਔਨ ਦਾ ਟੈਕਨੀਕ ਆਫ ਟਰਾਂਸਮਿਸ਼ਨ। ਇਨਫੋਰਮੇਸ਼ਨ ਸਿਗਨਲ ਜਾਂ ਮੈਸੇਜ ਸਿਗਨਲ ਨੂੰ ਟਰਾਂਸਮਿਟ ਕਰਨ ਦੇ ਲਈ ਕਿਹੜੀ ਟੈਕਨੀਕ ਯੂਜ਼ ਕੀਤੀ ਜਾ ਰਹੀ ਹੈ ਉਸ ਦੇ ਬੇਸ 'ਤੇ। ਫਸਟਲੀ ਬੇਸਡ ਔਨ ਦਾ ਡਾਇਰੈਕਸ਼ਨ ਆਫ ਕਮਿਊਨੀਕੇਸ਼ਨ, ਇਹਨਾਂ ਨੂੰ 2 ਕੈਟਾਗਰੀਜ਼ ਦੇ ਵਿੱਚ ਡਿਵਾਈਡ ਕੀਤਾ ਜਾਂਦਾ ਹੈ, ਯੂਨੀ ਡਾਇਰੈਕਸ਼ਨਲ ਸਿਸਟਮ, ਬਾਈ ਡਾਇਰੈਕਸ਼ਨਲ ਸਿਸਟਮ। ਯੂਨੀ ਡਾਇਰੈਕਸ਼ਨਲ ਸਿਸਟਮ ਨੂੰ ਸਿੰਪਲੈਕਸ ਸਿਸਟਮ ਵੀ ਕਿਹਾ ਜਾਂਦਾ ਹੈ। ਬਾਈ ਡਾਇਰੈਕਸ਼ਨਲ ਸਿਸਟਮ ਨੂੰ ਫਰਦਰ 2 ਕੈਟਾਗਰੀਜ਼ ਦੇ ਵਿੱਚ ਡਿਵਾਈਡ ਕੀਤਾ ਜਾਂਦਾ ਹੈ, ਹਾਫ ਡੁਪਲੈਕਸ ਸਿਸਟਮ, ਫੁੱਲ ਡੁਪਲੈਕਸ ਸਿਸਟਮ। ਬੇਸਡ ਔਨ ਦਾ ਨੇਚਰ ਆਫ ਇਨਫੋਰਮੇਸ਼ਨ ਸਿਗਨਲ 2 ਕੈਟਾਗਰੀਜ਼ ਦੇ ਵਿੱਚ ਡਿਵਾਈਡ ਕੀਤਾ ਜਾਂਦਾ ਹੈ, ਐਨਾਲੌਗ ਸਿਗਨਲ, ਡਿਜੀਟਲ ਸਿਗਨਲ। ਬੇਸਡ ਔਨ ਦਾ ਟੈਕਨੀਕ ਆਫ ਟਰਾਂਸਮਿਸ਼ਨ 2 ਕੈਟਾਗਰੀਜ਼ ਦੇ ਵਿੱਚ ਡਿਵਾਈਡ ਕੀਤਾ ਜਾਂਦਾ ਹੈ, ਬੇਸ ਬੈਂਡ ਟਰਾਂਸਮਿਸ਼ਨ ਐਂਡ ਕਮਿਊਨੀਕੇਸ਼ਨ ਯੂਜ਼ਿੰਗ ਮੋਡੂਲੇਸ਼ਨ। ਫਸਟ ਆਪਾਂ ਪੜਾਂਗੇ ਬੇਸਡ ਔਨ ਦਾ ਡਾਇਰੈਕਸ਼ਨ ਆਫ ਕਮਿਊਨੀਕੇਸ਼ਨ। ਪਹਿਲੇ ਹੈਗੇ ਹੈ ਸਿੰਪਲੈਕਸ ਸਿਸਟਮ। In these systems, information is communicated in only one direction. ਇਹਨਾਂ ਸਿਸਟਮਸ ਦੇ ਵਿੱਚ ਜਿਹੜੀ ਇਨਫੋਰਮੇਸ਼ਨ ਆ ਉਹ ਇੱਕ ਡਾਇਰੈਕਸ਼ਨ ਦੇ ਵਿੱਚ ਹੀ ਕਮਿਊਨੀਕੇਟ ਹੁੰਦੀ ਹੈ। ਇਸ ਦੀ ਐਗਜ਼ਾਮਪਲ ਹੈਗੀ ਹੈ ਰੇਡੀਓ ਬ੍ਰੌਡਕਾਸਟਿੰਗ, ਟੀਵੀ ਬ੍ਰੌਡਕਾਸਟਿੰਗ ਜਾਂ ਟੈਲੀਮੀਟਰੀ ਸਿਸਟਮ। ਟੀਵੀ ਬ੍ਰੌਡਕਾਸਟਿੰਗ ਦੇ ਵਿੱਚ ਇੱਕ ਟਰਾਂਸਮੀਟਰ ਹੁੰਦਾ ਅਤੇ ਮਲਟੀਪਲ ਰਿਸੀਵਰਸ ਹੁੰਦੇ ਆ ਅਤੇ ਜਿਹੜੀ ਇਨਫੋਰਮੇਸ਼ਨ ਹੈ ਉਹ ਇੱਕ ਹੀ ਡਾਇਰੈਕਸ਼ਨ ਦੇ ਵਿੱਚ ਫਲੋ ਹੋ ਰਹੀ ਹੁੰਦੀ ਹੈ ਟਰਾਂਸਮੀਟਰ ਟੂ ਰਿਸੀਵਰਸ। ਜਿਹੜੇ ਇਹ ਸਿਸਟਮ ਹੈ ਇਹ ਇਕੱਲਾ ਟਰਾਂਸਮਿਟ ਹੀ ਕਰ ਸਕਦੇ ਨੇ, ਇਹ ਰਿਸੀਵ ਨਹੀਂ ਕਰ ਸਕਦੇ। ਇਹਨਾਂ ਦੇ ਵਿੱਚ ਜਿਹੜੀ ਇਨਫੋਰਮੇਸ਼ਨ ਆ ਉਹ ਇੱਕ ਡਾਇਰੈਕਸ਼ਨ ਦੇ ਵਿੱਚ ਕਮਿਊਨੀਕੇਟ ਹੁੰਦੀ ਹੈ ਤਾਂ ਕਰਕੇ ਇਸ ਨੂੰ ਯੂਨੀ ਡਾਇਰੈਕਸ਼ਨਲ ਸਿਸਟਮ ਵੀ ਕਿਹਾ ਜਾਂਦਾ ਹੈ। Next ਹੈ half duplex system. These systems are bidirectional, that is they can transmit as well as receive but not simultaneously. ਇਹ ਸਿਸਟਮ ਬਾਈਡਾਇਰੈਕਸ਼ਨਲ ਹੁੰਦੇ ਨੇ ਕਿਉਂਕਿ ਜਿਹੜੀ ਕਮਿਊਨੀਕੇਸ਼ਨ ਆ ਉਹ ਦੋਨੋਂ ਡਾਇਰੈਕਸ਼ਨਸ ਦੇ ਵਿੱਚ ਹੁੰਦੀ ਹੈ ਬਟ ਸੇਮ ਟਾਈਮ ਦੇ ਉੱਪਰ ਨਹੀਂ ਹੁੰਦੀ। ਇੱਕ ਟਾਈਮ ਦੇ ਉੱਤੇ ਜਾਂ ਤਾਂ ਇਹ ਟਰਾਂਸਮਿਟ ਕਰ ਸਕਦੇ ਆ ਜਾਂ ਇਹ ਰਿਸੀਵ ਕਰ ਸਕਦੇ ਆ। ਇਸ ਦੀ ਐਗਜ਼ਾਮਪਲ ਹੈਗੀ ਹੈ ਟਰਾਂਸਸੀਵਰ ਐਂਡ ਵਾਕੀ ਟਾਕੀ ਸੈੱਟ। ਜਿਵੇਂ ਕਿ ਤੁਸੀਂ ਡਾਇਗਰਾਮ ਦੇ ਵਿੱਚ ਦੇਖ ਰਹੇ ਹੋ, ਪਹਿਲਾਂ ਇੱਕ ਟਾਈਮ ਦੇ ਉੱਪਰ A ਸੈਂਡ ਕਰ ਰਿਹਾ ਅਤੇ B ਰਿਸੀਵ ਕਰ ਰਿਹਾ, ਦੂਸਰੇ ਟਾਈਮ ਦੇ ਉੱਪਰ B ਸੈਂਡ ਕਰ ਰਿਹਾ, A ਰਿਸੀਵ ਕਰ ਰਿਹਾ। ਕਮਿਊਨੀਕੇਸ਼ਨ ਦੋਨੋਂ ਡਾਇਰੈਕਸ਼ਨਸ ਦੇ ਵਿੱਚ ਹੋ ਰਹੀ ਹੈ ਬਟ ਨਾਟ ਸਾਈਮਲਟੇਨੀਅਸਲੀ। ਨੈਕਸਟ ਹੈ ਫੁੱਲ ਡੁਪਲੈਕਸ ਸਿਸਟਮ। These are truly bidirectional system as they allow the communication to take place in both directions simultaneously. ਇਹਨਾਂ ਨੂੰ ਟਰੂਲੀ ਬਾਈਡਾਇਰੈਕਸ਼ਨਲ ਕਿਹਾ ਜਾਂਦਾ ਹੈ ਕਿਉਂਕਿ ਜਿਹੜੀ ਕਮਿਊਨੀਕੇਸ਼ਨ ਹੈ ਉਹ ਦੋਨੋਂ ਡਾਇਰੈਕਸ਼ਨਸ ਦੇ ਵਿੱਚ ਹੁੰਦੀ ਹੈ ਅਤੇ ਸਾਈਮਲਟੇਨੀਅਸਲੀ ਹੁੰਦੀ ਹੈ। ਇੱਕ ਟਾਈਮ ਦੇ ਉੱਪਰ ਇਹ ਟਰਾਂਸਮਿਟ ਵੀ ਕਰ ਸਕਦੇ ਆ ਅਤੇ ਇਹ
ਰਿਸੀਵ ਵੀ ਕਰ ਸਕਦੇ ਆ। ਇਸ ਦੀ ਐਗਜ਼ਾਮਪਲ ਹੈਗੀ ਹੈ ਟੈਲੀਫੋਨ ਸਿਸਟਮ। ਟੈਲੀਫੋਨ ਸਿਸਟਮ ਦੇ ਵਿੱਚ ਕੀ ਹੁੰਦਾ, ਜਦੋਂ ਆਪਾਂ ਕਿਸੇ ਹੋਰ ਪਰਸਨ ਦੇ ਨਾਲ ਟੈਲੀਫੋਨ 'ਤੇ ਗੱਲ ਕਰਦੇ ਹਾਂ ਤਾਂ ਆਪਾਂ ਆਪਣੀ ਇਨਫੋਰਮੇਸ਼ਨ ਸੈਂਡ ਵੀ ਕਰ ਰਹੇ ਹੁੰਦੇ ਹਾਂ, ਬੋਲ ਵੀ ਰਹੇ ਹੁੰਦੇ ਹਾਂ ਅਤੇ ਉਹਦੀ ਇਨਫੋਰਮੇਸ਼ਨ ਰਿਸੀਵ ਵੀ ਕਰ ਰਹੇ ਹੁੰਦੇ ਹਾਂ, ਮਤਲਬ ਉਸ ਦੀ ਗੱਲ ਸੁਣ ਵੀ ਰਹੇ ਹੁੰਦੇ ਹਾਂ। ਇਸ ਦਾ ਮਤਲਬ ਜਿਹੜੀ ਕਮਿਊਨੀਕੇਸ਼ਨ ਹੈ ਇਹ ਦੋਨੋਂ ਡਾਇਰੈਕਸ਼ਨ ਦੇ ਵਿੱਚ ਹੋ ਰਹੀ ਹੁੰਦੀ ਹੈ ਅਤੇ ਇਹ ਇੱਕ ਟਾਈਮ ਦੇ ਉੱਪਰ ਹੋ ਰਹੀ ਹੁੰਦੀ ਹੈ। ਨੈਕਸਟ ਹੈ ਕਲਾਸੀਫਿਕੇਸ਼ਨ ਬੇਸਡ ਔਨ ਦਾ ਨੇਚਰ ਆਫ ਇਨਫੋਰਮੇਸ਼ਨ ਸਿਗਨਲ। ਜਿਹੜਾ ਮੈਸੇਜ ਸਿਗਨਲ ਹੈ ਜਾਂ ਇਨਫੋਰਮੇਸ਼ਨ ਸਿਗਨਲ ਹੈ ਉਹ ਕਿਸ ਫਾਰਮ ਦੇ ਵਿੱਚ ਹੈ, ਉਸ ਦੇ ਬੇਸ 'ਤੇ ਇਹਨਾਂ ਨੂੰ ਦੋ ਕੈਟਾਗਰੀਜ਼ ਦੇ ਵਿੱਚ ਡਿਵਾਈਡ ਕੀਤਾ ਜਾਂਦਾ ਹੈ, ਐਨਾਲੌਗ ਕਮਿਊਨੀਕੇਸ਼ਨ ਸਿਸਟਮ, ਡਿਜੀਟਲ ਕਮਿਊਨੀਕੇਸ਼ਨ ਸਿਸਟਮ। ਐਨਾਲੌਗ ਕਮਿਊਨੀਕੇਸ਼ਨ ਸਿਸਟਮ ਦੇ ਵਿੱਚ ਜਿਹੜਾ ਮੈਸੇਜ ਹੈ ਜਾਂ ਇਨਫੋਰਮੇਸ਼ਨ ਹੈ ਉਹ ਐਨਾਲੌਗ ਫਾਰਮ ਦੇ ਵਿੱਚ ਹੁੰਦੀ ਹੈ। ਐਨਾਲੌਗ ਸਿਗਨਲਸ ਕੰਟੀਨਿਊਸ ਸਿਗਨਲਸ ਹੁੰਦੇ ਨੇ ਜਿਹੜੇ ਕੰਟੀਨਿਊਸਲੀ ਵੇਰੀ ਕਰਦੇ ਆ ਵਿਦ ਰਿਸਪੈਕਟ ਟੂ ਟਾਈਮ। ਇਹਨਾਂ ਦੀ ਐਗਜ਼ਾਮਪਲ ਹੈਗੀ ਹੈ ਸਪੀਚ ਸਿਗਨਲ, ਵੀਡੀਓ ਸਿਗਨਲ, ਆਡੀਓ ਸਿਗਨਲ। ਜਿਹੜੇ ਸਿਸਟਮ ਦੇ ਵਿੱਚ ਐਨਾਲੌਗ ਸਿਗਨਲ ਯੂਜ਼ ਕੀਤਾ ਜਾਂਦਾ ਉਸ ਨੂੰ ਬੋਲਦੇ ਆ ਐਨਾਲੌਗ ਕਮਿਊਨੀਕੇਸ਼ਨ ਸਿਸਟਮ। ਐਨਾਲੌਗ ਕਮਿਊਨੀਕੇਸ਼ਨ ਸਿਸਟਮ ਦੇ ਐਡਵਾਂਟੇਜਸ ਹੈਗੇ ਨੇ, ਇਹਨਾਂ ਦੇ ਵਿੱਚ ਜਿਹੜੇ ਟਰਾਂਸਮੀਟਰਸ ਅਤੇ ਰਿਸੀਵਰਸ ਯੂਜ਼ ਕੀਤੇ ਜਾਂਦੇ ਆ ਉਹ ਸਿੰਪਲ ਹੁੰਦੇ ਆ। ਇਹਨਾਂ ਦੀ ਜਿਹੜੀ ਬੈਂਡਵਿਡਥ ਰਿਕੁਆਇਰਮੈਂਟ ਹੈ ਉਹ ਵੀ ਘੱਟ ਹੁੰਦੀ ਹੈ ਐਜ਼ ਕੰਪੇਅਰ ਟੂ ਡਿਜੀਟਲ ਕਮਿਊਨੀਕੇਸ਼ਨ ਸਿਸਟਮ। ਮੇਨ ਡਿਸਐਡਵਾਂਟੇਜ ਐਨਾਲੌਗ ਕਮਿਊਨੀਕੇਸ਼ਨ ਸਿਸਟਮ ਦਾ ਇਹ ਹੈ ਜਿਹੜੀ ਨੋਇਸ ਹੈ ਇਹ ਸਿਗਨਲ ਦੀ ਕੁਆਲਿਟੀ ਨੂੰ ਅਫੈਕਟ ਕਰਦੀ ਹੈ। ਇਸ ਦੇ ਵਿੱਚ ਚੈਨਲ ਕੋਡਿੰਗ ਟੈਕਨੀਕਸ ਨਹੀਂ ਯੂਜ਼ ਕਰ ਸਕਦੇ, ਇਸ ਦੇ ਵਿੱਚ ਰਿਪੀਟਰਸ ਵੀ ਨਹੀਂ ਯੂਜ਼ ਕਰ ਸਕਦੇ ਟਰਾਂਸਮੀਟਰਸ ਅਤੇ ਰਿਸੀਵਰਸ ਦੇ ਵਿਚਕਾਰ, ਤਾਂ ਕਰਕੇ ਜਿਹੜੀ ਇਹਨਾਂ ਦੀ ਨੋਇਸ ਇਮਿਊਨਿਟੀ ਹੁੰਦੀ ਹੈ ਇਹ ਘੱਟ ਹੁੰਦੀ ਹੈ ਐਜ਼ ਕੰਪੇਅਰ ਟੂ ਡਿਜੀਟਲ ਕਮਿਊਨੀਕੇਸ਼ਨ ਸਿਸਟਮ। ਨੈਕਸਟ ਹੈ ਡਿਜੀਟਲ ਕਮਿਊਨੀਕੇਸ਼ਨ ਸਿਸਟਮ। ਡਿਜੀਟਲ ਕਮਿਊਨੀਕੇਸ਼ਨ ਸਿਸਟਮ ਦੇ ਵਿੱਚ ਜਿਹੜਾ ਮੈਸੇਜ ਸਿਗਨਲ ਹੈ ਜਾਂ ਇਨਫੋਰਮੇਸ਼ਨ ਸਿਗਨਲ ਹੈ ਉਹ ਡਿਜੀਟਲ ਫਾਰਮ ਦੇ ਵਿੱਚ ਹੁੰਦਾ। ਸਿਗਨਲ ਦੀ ਵੈਲਿਊ ਹੁੰਦੀ ਹੈ ਓਨਲੀ ਐਟ ਡਿਸਕਰੀਟ ਟਾਈਮ ਇੰਟਰਵਲਸ। ਇਹ ਨੋਨ ਕੰਟੀਨਿਊਸ ਸਿਗਨਲਸ ਹੁੰਦੇ ਨੇ ਅਤੇ ਜਿਹੜੇ ਸਿਸਟਮ ਇਹਨਾਂ ਸਿਗਨਲਸ ਦੀ ਟਰਾਂਸਮਿਸ਼ਨ ਨੂੰ ਕਰਦੇ ਨੇ ਉਸ ਨੂੰ ਬੋਲਦੇ ਆ ਡਿਜੀਟਲ ਕਮਿਊਨੀਕੇਸ਼ਨ ਸਿਸਟਮ। ਡਿਜੀਟਲ ਕਮਿਊਨੀਕੇਸ਼ਨ ਸਿਸਟਮ ਦੇ ਐਡਵਾਂਟੇਜਸ ਇਹ ਹੈਗੇ ਆ, ਇਹਨਾਂ ਦੇ ਵਿੱਚ ਚੈਨਲ ਕੋਡਿੰਗ ਟੈਕਨੀਕਸ ਯੂਜ਼ ਕੀਤੀਆਂ ਜਾਂਦੀਆਂ ਨੇ ਡਿਜੀਟਲ ਕਮਿਊਨੀਕੇਸ਼ਨ ਦੇ ਵਿੱਚ, ਤਾਂ ਕਰਕੇ ਜੇ ਕੋਈ ਐਰਰ ਆਉਂਦੀ ਹੈ ਤਾਂ ਉਸ ਨੂੰ ਡਿਟੈਕਟ ਕਰਨਾ ਅਤੇ ਕਰੈਕਟ ਕਰਨਾ ਪੋਸੀਬਲ ਹੁੰਦਾ ਡਿਊਰਿੰਗ ਦਾ ਡਾਟਾ ਟਰਾਂਸਮਿਸ਼ਨ। ਸੈਕਿੰਡਲੀ ਇਹਦੇ ਵਿੱਚ ਰਿਪੀਟਰਸ ਯੂਜ਼ ਕੀਤੇ ਜਾ ਸਕਦੇ ਆ ਟਰਾਂਸਮੀਟਰ ਅਤੇ ਰਿਸੀਵਰ ਦੇ ਵਿਚਕਾਰ ਸਿਗਨਲ ਨੂੰ ਰੀਜਨਰੇਟ ਕਰਨ ਦੇ ਲਈ। ਇਸ ਦੇ ਨਾਲ ਜਿਹੜੀ ਇਸ ਦੀ ਨੋਇਸ ਇਮਿਊਨਿਟੀ ਆ ਉਹ ਬੈਟਰ ਹੁੰਦੀ ਹੈ ਐਜ਼ ਕੰਪੇਅਰ ਟੂ ਐਨਾਲੌਗ ਕਮਿਊਨੀਕੇਸ਼ਨ ਸਿਸਟਮ। ਇਹਨਾਂ ਦੀ ਪ੍ਰਾਈਵੇਸੀ ਵੀ ਜ਼ਿਆਦਾ ਹੁੰਦੀ ਹੈ, ਇਹ ਸਿੰਪਲ ਹੁੰਦੇ ਨੇ ਅਤੇ ਚੀਪ ਹੁੰਦੇ ਨੇ ਡਿਊ ਟੂ ਦਾ ਇਨਵੈਂਸ਼ਨ ਆਫ ਇੰਟੀਗ੍ਰੇਟਡ ਸਰਕਿਟਸ। ਡਿਸਐਡਵਾਂਟੇਜਸ ਤੇ ਇਹ ਹੈਗੇ ਆ, ਇਸ ਦੀ ਜਿਹੜੀ ਬੈਂਡਵਿਡਥ ਰਿਕੁਆਇਰਮੈਂਟ ਹੈ ਉਹ ਜ਼ਿਆਦਾ ਹੁੰਦੀ ਹੈ ਐਜ਼ ਕੰਪੇਅਰ ਟੂ ਐਨਾਲੌਗ ਕਮਿਊਨੀਕੇਸ਼ਨ ਸਿਸਟਮ। ਇਸ ਦੀ ਐਗਜ਼ਾਮਪਲ ਹੈਗੀ ਹੈ ਸੈਟੇਲਾਈਟ ਕਮਿਊਨੀਕੇਸ਼ਨ। ਨੈਕਸਟ ਹੈ ਕਲਾਸੀਫਿਕੇਸ਼ਨ ਬੇਸਡ ਔਨ ਦਾ ਟੈਕਨੀਕ ਆਫ ਟਰਾਂਸਮਿਸ਼ਨ। ਇਸ ਦੇ ਵਿੱਚ ਪਹਿਲਾਂ ਹੈਗੇ ਹੈ ਬੇਸਬੈਂਡ ਟਰਾਂਸਮਿਸ਼ਨ ਸਿਸਟਮਸ। The information signal or the input signal to a communication system can be analog, that is sound, picture, or it can be digital, that is computer data. The electrical equivalent of this original information signal is known as baseband signal. ਜਿਵੇਂ ਕਿ ਪਹਿਲਾਂ ਵੀ ਡਿਸਕਸ ਕੀਤਾ ਹੈ, ਜਿਹੜਾ ਇਨਫੋਰਮੇਸ਼ਨ ਸਿਗਨਲ ਹੈ ਜਾਂ ਮੈਸੇਜ ਸਿਗਨਲ ਹੈ ਕਿਸੇ ਵੀ ਫਾਰਮ ਦੇ ਵਿੱਚ ਹੋ ਸਕਦਾ ਹੈ। ਇਹ ਐਨਾਲੌਗ ਵੀ ਹੋ ਸਕਦਾ ਹੈ, ਡਿਜੀਟਲ ਵੀ ਹੋ ਸਕਦਾ ਹੈ। ਐਨਾਲੌਗ ਦੇ ਵਿੱਚ ਆ ਜਾਂਦਾ ਹੈ ਸਪੀਚ, ਆਡੀਓ, ਵੀਡੀਓ ਸਿਗਨਲ। ਡਿਜੀਟਲ ਦੇ ਵਿੱਚ ਹੁੰਦਾ ਹੈ ਕੰਪਿਊਟਰ ਡਾਟਾ। ਇਨਪੁਟ ਟਰਾਂਸਡਿਊਸਰ ਦੀ ਹੈਲਪ ਦੇ ਨਾਲ ਜਿਹੜਾ ਓਰੀਜਨਲ ਸਿਗਨਲ ਹੈ ਇਸ ਨੂੰ ਇਲੈਕਟ੍ਰੀਕਲ ਸਿਗਨਲ ਦੇ ਵਿੱਚ ਕਨਵਰਟ ਕੀਤਾ ਜਾਂਦਾ ਹੈ। ਜਿਹੜਾ ਇਲੈਕਟ੍ਰੀਕਲ ਇਕੁਇਵਲੈਂਟ ਹੈ ਓਰੀਜਨਲ ਇਨਫੋਰਮੇਸ਼ਨ ਸਿਗਨਲ ਦਾ ਉਸ ਨੂੰ ਬੋਲਦੇ ਆ
ਬੇਸਬੈਂਡ ਸਿਗਨਲ। ਬੇਸਬੈਂਡ ਟਰਾਂਸਮਿਸ਼ਨ ਸਿਸਟਮ ਉਹ ਸਿਸਟਮ ਹੁੰਦੇ ਆ ਜਿਨ੍ਹਾਂ ਦੇ ਵਿੱਚ ਬੇਸਬੈਂਡ ਸਿਗਨਲਸ ਨੂੰ ਡਾਇਰੈਕਟਲੀ ਟਰਾਂਸਮਿਟ ਕੀਤਾ ਜਾਂਦਾ ਹੈ, ਮਤਲਬ ਸਿਗਨਲ ਨੂੰ ਐਜ਼ ਇਟ ਇਜ਼ ਟਰਾਂਸਮਿਟ ਕੀਤਾ ਜਾਂਦਾ ਹੈ ਵਿਦਆਊਟ ਐਨੀ ਮੋਡੀਫਿਕੇਸ਼ਨ। ਇਸ ਦੀ ਐਗਜ਼ਾਮਪਲ ਹੈਗੀ ਹੈ ਟੈਲੀਫੋਨ ਨੈਟਵਰਕਸ, ਕੰਪਿਊਟਰ ਡਾਟਾ ਟਰਾਂਸਮਿਸ਼ਨ ਓਵਰ ਦਾ ਕੋਐਕਸੀਅਲ ਕੇਬਲਸ ਇਨ ਕੰਪਿਊਟਰ ਨੈਟਵਰਕਸ। ਟੈਲੀਫੋਨ ਨੈਟਵਰਕਸ ਦੇ ਵਿੱਚ ਕੀ ਹੁੰਦਾ, ਜਦੋਂ ਆਪਾਂ ਬੋਲਦੇ ਹਾਂ ਤਾਂ ਉਹ ਹੁੰਦਾ ਤੁਹਾਡਾ ਸਾਊਂਡ ਸਿਗਨਲ। ਸਾਊਂਡ ਸਿਗਨਲ ਕਨਵਰਟ ਕੀਤਾ ਜਾਂਦਾ ਇਲੈਕਟ੍ਰੀਕਲ ਸਿਗਨਲ ਦੇ ਵਿੱਚ ਟਰਾਂਸਡਿਊਸਰ ਦੇ ਨਾਲ, ਅਤੇ ਇਸ ਨੂੰ ਡਾਇਰੈਕਟਲੀ ਪਲੇਸ ਕੀਤਾ ਜਾਂਦਾ ਟੈਲੀਫੋਨ ਲਾਈਨਸ 'ਤੇ ਜਾਂ ਕੇਬਲਸ 'ਤੇ ਫॉर ਦਾ ਟਰਾਂਸਮਿਸ਼ਨ ਪ੍ਰੋਸੈਸ। ਕਮਿਊਨੀਕੇਸ਼ਨ ਸਿਸਟਮ ਯੂਜ਼ਿੰਗ ਮੋਡੂਲੇਸ਼ਨ। ਜਿਹੜਾ ਆਪਾਂ ਬੇਸਬੈਂਡ ਟਰਾਂਸਮਿਸ਼ਨ ਸਿਸਟਮ ਪੜ੍ਹਿਆ, ਇਸ ਦੀਆਂ ਕੁਝ ਲਿਮੀਟੇਸ਼ਨਸ ਹੁੰਦੀਆਂ ਨੇ, ਜਿਵੇਂ ਕਿ ਇਹਨਾਂ ਨੂੰ ਸਰਟਨ ਮੀਡੀਅਮਸ ਦੇ ਵਿੱਚ ਨਹੀਂ ਯੂਜ਼ ਕੀਤਾ ਜਾ ਸਕਦਾ। ਫੋਰ ਐਗਜ਼ਾਮਪਲ ਇਹਨਾਂ ਨੂੰ ਰੇਡੀਓ ਟਰਾਂਸਮਿਸ਼ਨ ਵਾਸਤੇ ਨਹੀਂ ਯੂਜ਼ ਕੀਤਾ ਜਾ ਸਕਦਾ, ਜਿੱਥੇ ਕਿ ਮੀਡੀਅਮ ਹੈ ਜਿਹੜਾ ਕਮਿਊਨੀਕੇਸ਼ਨ ਚੈਨਲ ਹੈ ਉਹ ਕੀ ਹੁੰਦਾ, ਫ੍ਰੀ ਸਪੇਸ ਹੁੰਦਾ। ਇਸ ਦਾ ਰੀਜ਼ਨ ਇਹ ਹੈ ਜਿਹੜੇ ਬੇਸਬੈਂਡ ਸਿਗਨਲਸ ਹੁੰਦੇ ਆ ਉਹ ਲੋ ਫ੍ਰੀਕੁਐਂਸੀ ਸਿਗਨਲਸ ਹੁੰਦੇ ਨੇ, ਇਹ ਲੌਂਗ ਡਿਸਟੈਂਸ 'ਤੇ ਟਰੈਵਲ ਨਹੀਂ ਕਰ ਸਕਦੇ ਇਨ ਦਾ ਏਅਰ। ਇਹ ਸਿਗਨਲ ਸੁਪਰੈਸ ਹੋ ਜਾਂਦੇ ਆ ਜਾਂ ਅਟੈਨੂਏਟ ਹੋ ਜਾਂਦੇ ਆ ਆਫਟਰ ਏ ਸ਼ਾਰਟ ਡਿਸਟੈਂਸ। ਇਸ ਚੀਜ਼ ਨੂੰ ਓਵਰਕਮ ਕਰਨ ਦੇ ਲਈ, ਇਹ ਲਿਮੀਟੇਸ਼ਨ ਨੂੰ ਓਵਰਕਮ ਕਰਨ ਦੇ ਲਈ ਇੱਕ ਟੈਕਨੀਕ ਯੂਜ਼ ਕੀਤੀ ਜਾਂਦੀ ਹੈ ਜਿਸ ਨੂੰ ਬੋਲਦੇ ਆ ਮੋਡੂਲੇਸ਼ਨ। ਇਸ ਦੇ ਵਿੱਚ ਕੀ ਹੁੰਦਾ, ਜਿਹੜਾ ਬੇਸਬੈਂਡ ਸਿਗਨਲ ਹੈ ਉਸ ਨੂੰ ਟਰਾਂਸਲੇਟ ਕੀਤਾ ਜਾਂਦਾ ਜਾਂ ਸ਼ਿਫਟ ਕੀਤਾ ਜਾਂਦਾ ਲੋ ਫ੍ਰੀਕੁਐਂਸੀ ਟੂ ਹਾਈ ਫ੍ਰੀਕੁਐਂਸੀ, ਤਾਂ ਜੋ ਕਿ ਸਿਗਨਲ ਨੂੰ ਥਰੂ ਏਅਰ ਲੌਂਗ ਡਿਸਟੈਂਸ ਟਰਾਂਸਮਿਟ ਕੀਤਾ ਜਾ ਸਕੇ ਅਤੇ ਇਸ ਨੂੰ ਰੇਡੀਓ ਕਮਿਊਨੀਕੇਸ਼ਨ ਵਾਸਤੇ ਯੂਜ਼ ਕੀਤਾ ਜਾ ਸਕੇ। ਇਹ ਸੀ ਸਾਰੀਆਂ ਟਾਈਪਸ ਆਫ ਇਲੈਕਟ੍ਰੋਨਿਕ ਕਮਿਊਨੀਕੇਸ਼ਨ ਸਿਸਟਮਸ। ਨੈਕਸਟ ਹੈ ਮੋਡੂਲੇਸ਼ਨ ਐਂਡ ਡੀਮੋਡੂਲੇਸ਼ਨ। ਮੋਡੂਲੇਸ਼ਨ ਦੇ ਵਿੱਚ ਦੋ ਸਿਗਨਲ ਯੂਜ਼ ਕੀਤੇ ਜਾਂਦੇ ਆ। ਪਹਿਲਾ ਸਿਗਨਲ ਹੁੰਦਾ ਇਨਫੋਰਮੇਸ਼ਨ ਸਿਗਨਲ ਜਾਂ ਮੈਸੇਜ ਸਿਗਨਲ, ਇਸ ਨੂੰ ਮੋਡੂਲੇਟਿੰਗ ਸਿਗਨਲ ਵੀ ਕਿਹਾ ਜਾਂਦਾ। ਦੂਸਰਾ ਸਿਗਨਲ ਹੁੰਦਾ ਕੈਰੀਅਰ ਸਿਗਨਲ। ਕੈਰੀਅਰ ਸਿਗਨਲ ਇੱਕ ਹਾਈ ਫ੍ਰੀਕੁਐਂਸੀ ਸਿਗਨਲ ਹੁੰਦਾ, ਇਹ ਇੱਕ ਕੈਰੀਅਰ ਦੀ ਤਰ੍ਹਾਂ ਐਕਟ ਕਰਦਾ ਜਿਹੜਾ ਇਨਫੋਰਮੇਸ਼ਨ ਸਿਗਨਲ ਨੂੰ ਕੈਰੀ ਕਰਦਾ ਫਰੋਮ ਟਰਾਂਸਮਿਟਰ ਟੂ ਰਿਸੀਵਰ। ਜਿਹੜਾ ਮੋਡੂਲੇਸ਼ਨ ਦਾ ਪ੍ਰੋਸੈਸ ਹੈ ਇਹ ਟਰਾਂਸਮਿਸ਼ਨ ਵਾਲੀ ਸਾਈਡ ਹੁੰਦਾ, ਟਰਾਂਸਮਿਟਰ ਵਾਲੀ ਸਾਈਡ ਹੁੰਦਾ। ਮੋਡੂਲੇਸ਼ਨ ਨੂੰ ਡਿਫਾਈਨ ਕੀਤਾ ਜਾਂਦਾ ਐਗਜ਼ੈਕਟਲੀ, ਇਟ ਇਜ਼ ਡਿਫਾਈਨਡ ਐਜ਼ ਦਾ ਪ੍ਰੋਸੈਸ ਵੇਅਰ some characteristic such as amplitude, frequency, phase of high frequency signal is varied in accordance with the instantaneous value of low frequency signal। ਮੋਡੂਲੇਸ਼ਨ ਦੇ ਵਿੱਚ ਕੋਈ ਵੀ ਇੱਕ ਕਰੈਕਟਰਿਸਟਿਕ ਜਾਂ ਪੈਰਾਮੀਟਰ ਹਾਈ ਫ੍ਰੀਕੁਐਂਸੀ ਕੈਰੀਅਰ ਸਿਗਨਲ ਦਾ ਵੇਰੀ ਕੀਤਾ ਜਾਂਦਾ ਅਕੋਰਡਿੰਗ ਟੂ ਮੋਡੂਲੇਟਿੰਗ ਸਿਗਨਲ। ਇਹ ਪੈਰਾਮੀਟਰ ਐਂਪਲੀਟਿਊਡ ਹੋ ਸਕਦਾ, ਫ੍ਰੀਕੁਐਂਸੀ ਹੋ ਸਕਦਾ ਜਾਂ ਫੇਜ਼ ਹੋ ਸਕਦਾ। ਜਦੋਂ ਐਂਪਲੀਟਿਊਡ ਵੇਰੀ ਕੀਤਾ ਜਾਂਦਾ ਕੈਰੀਅਰ ਸਿਗਨਲ ਦਾ ਇਨ ਅਕੋਰਡੈਂਸ ਵਿਦ ਲੋ ਫ੍ਰੀਕੁਐਂਸੀ ਸਿਗਨਲ ਜਾਂ ਮੋਡੂਲੇਟਿੰਗ ਸਿਗਨਲ, ਤਾਂ ਉਸਨੂੰ ਐਂਪਲੀਟਿਊਡ ਮੋਡੂਲੇਸ਼ਨ ਕਿਹਾ ਜਾਂਦਾ। ਜਦੋਂ ਫ੍ਰੀਕੁਐਂਸੀ ਵੇਰੀ ਕੀਤੀ ਜਾਂਦੀ ਹੈ ਕੈਰੀਅਰ ਸਿਗਨਲ ਦੀ ਇਨ ਅਕੋਰਡੈਂਸ ਵਿਦ ਮੋਡੂਲੇਟਿੰਗ ਸਿਗਨਲ, ਤਾਂ ਉਸਨੂੰ ਫ੍ਰੀਕੁਐਂਸੀ ਮੋਡੂਲੇਸ਼ਨ ਕਿਹਾ ਜਾਂਦਾ। ਅਤੇ ਜਦੋਂ ਫੇਜ਼ ਵੇਰੀ ਕੀਤਾ ਜਾਂਦਾ ਤਾਂ ਉਸਨੂੰ ਫੇਜ਼ ਮੋਡੂਲੇਸ਼ਨ ਕਿਹਾ ਜਾਂਦਾ। ਮੋਡੂਲੇਸ਼ਨ ਦੇ ਵਿੱਚ ਕੀ ਹੈ, ਇਹ ਇੱਕ ਸੇਮ ਪ੍ਰੋਸੈਸ ਹੈ ਜਿਵੇਂ ਇੱਕ ਪਰਸਨ ਟਰੈਵਲ ਕਰ ਰਿਹਾ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਦੇ ਉੱਪਰ ਜਾਣ ਦੇ ਲਈ ਆਪਣੀ ਕਾਰ ਜਾਂ ਬਾਈਕ ਦੇ ਥਰੂ, ਤਾਂ ਜਿਹੜਾ ਉਹ ਪਰਸਨ ਹੈ ਉਸਨੂੰ ਆਪਾਂ ਕਹਿ ਸਕਦੇ ਹਾਂ ਇਹ ਇਨਫੋਰਮੇਸ਼ਨ ਸਿਗਨਲ ਹੈ ਜਿਸ ਨੂੰ ਟਰਾਂਸਮਿਟ ਕਰਨਾ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਦੇ ਉੱਪਰ। ਅਤੇ ਜਿਹੜੀ ਕਾਰ ਜਾਂ ਬਾਈਕ ਹੈ ਉਹ ਇੱਕ ਤਰ੍ਹਾਂ ਦਾ ਕੈਰੀਅਰ ਹੈ ਜਿਹੜਾ ਉਹ ਇਨਫੋਰਮੇਸ਼ਨ ਸਿਗਨਲ ਜਾਂ ਮੈਸੇਜ ਸਿਗਨਲ ਨੂੰ ਲੈ ਕੇ ਜਾ ਰਹੀ ਹੈ। ਇਸ ਤੋਂ ਬਾਅਦ ਹੈ ਡੀਮੋਡੂਲੇਸ਼ਨ। ਡੀਮੋਡੂਲੇਸ਼ਨ ਐਗਜ਼ੈਕਟਲੀ ਆਪੋਜ਼ਿਟ ਪ੍ਰੋਸੈਸ ਹੁੰਦਾ ਮੋਡੂਲੇਸ਼ਨ ਦੇ। ਡੀਮੋਡੂਲੇਸ਼ਨ ਦੇ ਵਿੱਚ ਕੀ ਹੁੰਦਾ, ਜਿਹੜਾ ਆਪਣੇ ਕੋਲੇ ਆਊਟਪੁੱਟ ਆਉਂਦੀ ਹੈ ਮੋਡੂਲੇਸ਼ਨ ਦੀ ਉਸਨੂੰ ਕਿਹਾ ਜਾਂਦਾ ਮੋਡੂਲੇਟਡ ਸਿਗਨਲ। ਡੀਮੋਡੂਲੇਸ਼ਨ
ओरिजिनल इन्फॉर्मेशन नू एक्सट्रैक्ट करता है उस मॉड्यूलेटेड सिग्नल तो। डीमॉड्यूलेशन नू डिटैक्शन भी कहा जाता है तो डीमॉड्यूलेशन रिसीवर वाली साइड की जाती है। नैक्सट है नीड ऑफ मॉड्यूलेशन। इस दे विच फर्स्ट है रिडक्शन इन हाइट ऑफ एंटीना। जो रेडियो सिग्नल्स नू ट्रांसमिट करना है ਜਾਂ रेडियो कम्युनिकेशन करनी है तो एंटीनास यूज़ किए जाते हैं। जी वो एंटीना हाइट है वो होनी चाहिए है मल्टीपल ऑफ λ/4। लैमडा हैगी है वेवलेंथ। वेवलेंथ का फॉर्मूला होंदा है c/f। c हैगी है वेलोसिटी ऑफ लाइट जिहदी वैल्यू होंदी है 3 × 10⁸ मीटर पर सैकेंड। तो f हैगी है फ्रीक्वेंसी जिहड़ा सिग्नल ट्रांसमिट करना है। हुण आपां अज्यूम कीता है अपने कोल एक बेस बैंड सिग्नल है जिसकी फ्रीक्वेंसी हैगी है 10 किलोहर्ट्ज़। किलोहर्ट्ज़ है तो इंटू 10 × 10⁻³ हर्ट्ज़। हुण मिनीमम एंटीना हाइट होएगी λ/4 विच इज़ इक्वल टू c/4f। c की जगह आप पुट किया 3 × 10⁸ डिवाइडेड बाय 4 इंटू 10 किलोहर्ट्ज़ 10 × 10⁻³ विच इज़ इक्वल टू 7500 मीटर। जो इसनू कैलकुलेट किया तो आया 7500 मीटर्स। इन्नी हाइट वाले एंटीना नू इंस्टॉल करना प्रैक्टिकली पॉसीबल नहीं हुंदा। नैक्सट की किया जिहड़ा सिग्नल है उसनू मॉड्यूलेट किया तो फ्रीक्वेंसी उसकी हैगी है 1 मेगाहर्ट्ज़। जिहड़ा मॉड्यूलेटेड सिग्नल है उसकी फ्रीक्वेंसी है 1 मेगाहर्ट्ज़। तो जिन्नी मिनीमम एंटीना हाइट चाहिए होएगी वो होएगी λ/4 विच इज़ इक्वल टू c/4f। c की वैल्यू हैगी है 3 × 10⁸ डिवाइडेड बाय 4। फ्रीक्वेंसी हैगी है 1 मेगाहर्ट्ज़। 4 × 1 × 10⁻6 विच इज़ इक्वल टू 75 मीटर। ये एंटीने नू प्रैक्टिकली भी इन्नी हाइट के एंटीने नू प्रैक्टिकली भी इंस्टॉल किया जा सकता है। इसका मतलब ये है मॉड्यूलेशन के नाल जिहड़ी एंटीना हाइट है वह रिड्यूस की जा सकती है। नैक्सट है अवॉइड द मिक्सिंग ऑफ सिग्नल्स। मान लो कोई 2 या 2 तो वध ट्रांसमीटर सेम सिग्नल फ्रीक्वेंसी नू ट्रांसमिट कर रहे हैं तो रिसीवर वाली साइड ये सिग्नल मिक्स हो जाते हैं तो इन्हों सैपरेट नहीं किया जा सकता। जिवें कि तुसीं डायग्राम दे विच देख रहे हो ये है साउंड सिग्नल। इन्हां दी फ्रीक्वेंसी रेंज हैगी है 0 to 20 किलोहर्ट्ज़। पहला ट्रांसमीटर सिग्नल 1 ट्रांसमिट कर रहा है, दूसरा सिग्नल 2 तो तीसरा सिग्नल 3 ट्रांसमिट कर रहा है। जदों इन्हों विदाउट मॉड्यूलेशन ट्रांसमिट किया जाता है तो रिसीवर वाली साइड ये सिग्नल सेम फ्रीक्वेंसी रेंज के होने करके मिक्स हो जाते हैं तो रिसीवर नूं इन्हों सैपरेट करना डिफिकल्ट होंदा है जां रिसीवर इन्हों सैपरेट नहीं कर पाता। इस दे लई की करदे आ इस दी मिक्सिंग नूं अवॉइड करन दे लई हर सिग्नल नूं एक डिफरेंट कैरीयर दे नाल मॉड्यूलेट किया। सिग्नल 1 नूं मॉड्यूलेट किया 300 किलोहर्ट्ज़ दे नाल, सिग्नल 2 नूं मॉड्यूलेट किया 200 किलोहर्ट्ज़ के कैरीयर नाल ते सिग्नल 3 नूं मॉड्यूलेट किया 100 किलोहर्ट्ज़ के कैरीयर दे नाल। हुण की होएगा जदों ये डिफरेंट कैरीयर नूं मॉड्यूलेट करके आ रहे हैं तो ये डिफरेंट स्लॉट्स ऑक्यूपाई करनगे फ्रीक्वेंसी डोमेन दे विच। इस दे नाल जिहड़ी सिग्नल दी मिक्सिंग है वो भी नहीं होएगी। इसका मतलब मॉड्यूलेशन करन दे नाल जिहड़ी सिग्नल दी मिक्सिंग है उसनूं अवॉइड किया जा सकता है। नैक्सट है इनक्रीज़ द रेंज ऑफ कम्युनिकेशन। जिवें कि आपां पहलां भी पढ़िया जिहड़े बेसबैंड सिग्नल्स हुंदे आ वो लो फ्रीक्वेंसी सिग्नल्स हुंदे आ। इन्हां नूं जदों ट्रांसमिट किया जाता है थ्रू एयर या फ्री स्पेस तो ये सिग्नल लॉन्ग डिस्टेंस के उत्ते ट्रैवल नहीं कर पाते। ये सिग्नल अटैਨੂਏਟ हो जाते हैं ਜਾਂ सुप्रैस हो जाते हैं आफ्टर शॉर्ट डिस्टेंस। ये अटैਨੂਏਸ਼ਨ ਨੂੰ रिड्यूस किया जा सकता है जे फ्रीक्वेंसी इनक्रीज़ की जाए। मॉड्यूलेशन के नाल की है जिहड़ी फ्रीक्वेंसी है सिग्नल की वो इनक्रीज़ हो जाती है तो ये सिग्नल ਨੂੰ लॉन्ग डिस्टेंस के उत्ते ट्रांसमिट किया जा सकता है।
ਇਹ ਸਿਗਨਲ ਲੌਂਗ ਡਿਸਟੈਂਸ ਟਰੈਵਲ ਕਰ ਸਕਦੇ ਹੈ। ਇਸ ਦੇ ਨਾਲ ਕੀ ਹੈ, ਜਿਹੜੀ ਕਮਿਊਨੀਕੇਸ਼ਨ ਦੀ ਰੇਂਜ ਆ ਉਹ ਇਨਕਰੀਜ਼ ਹੋ ਜਾਂਦੀ ਹੈ। ਨੈਕਸਟ ਹੈ ਇੰਪਰੂਵ ਦਾ ਕੁਆਲਿਟੀ ਆਫ ਰਿਸੈਪਸ਼ਨ। ਮੋਡੂਲੇਟਡ ਸਿਗਨਲ ਹਾਈ ਫ੍ਰੀਕੁਐਂਸੀ ਸਿਗਨਲ ਹੁੰਦੇ ਨੇ। ਮੋਡੂਲੇਸ਼ਨ ਟੈਕਨੀਕ ਯੂਜ਼ ਕਰਕੇ ਨੋਇਸ ਦੇ ਇਫੈਕਟ ਨੂੰ ਕਾफ़ी हद तक घट किया जा सकता है। कई मॉडूलेशन टैकनीक्स जिमें फ्रीक्वेंसी मॉडूलेशन, पल्स कोड मॉडूलेशन, इन्हां टैकनीक्स नूं यूज़ करके जिहड़ा नॉइस का इफैक्ट है काफ़ी हद तक घट किया जाता है। इस दे नाल की है, जिहड़ी क्वालिटी है रिसैप्शन की, सिग्नल की रिसैप्शन की, वो इंप्रूव हो जाती है। नैक्सट है पावर रेडिएशन। रेडिएटेड पावर इनवर्सली प्रपोर्शनल होंदी है वेवलैंथ दे, ते वेवलैंथ इनवर्सली प्रपोर्शनल होंदी है फ्रीक्वेंसी दे। अगर फ्रीक्वेंसी घट होएगी तो वेवलैंथ ज़्यादा होएगी, वेवलैंथ ज़्यादा होएगी तो रेडिएटेड पावर घट होएगी। पावर घट होने दे करके सिगनल्स नूं ट्रांसमिट नहीं किया जा सकेगा लार्ज डिस्टेंस के उपर। इस दे लई की हुंदा है, जदों मॉडूलेशन करदे हां तां फ्रीक्वेंसी इनक्रीज़ हो जाती है। फ्रीक्वेंसी इनवर्सली प्रपोर्शनल है वेवलैंथ ते, तो वेवलैंथ डिक्रीज़ हो जाती है तो रेडिएटेड पावर इनक्रीज़ हो जाती है, तो सिगनल्स नूं लॉन्ग डिस्टेंस के उत्ते ट्रांसमिट किया जा सकता है। अज आपां पढ़िया सी टाइप्स ऑफ इलैक्ट्रॉनिक कम्यूनीकेशन सिस्टम, मॉडूलेशन, डीमॉडूलेशन एंड लास्ट दे विच नीड ऑफ मॉडूलेशन। थैंक यू।